ਵਿਸ਼ੇ ਦੇ ਵਿੱਚ ਅਸੀਂ ਕਾਵਿ ਸੁਮੇਲ ਦੇ ਪਹਿਲੇ ਕਵੀ ਭਾਈ ਵੀਰ ਸਿੰਘ ਇਹਨਾਂ ਦੀ ਦੂਸਰੀ ਕਵਿਤਾ ਦਾ ਜਿਹੜਾ ਅਧਿਐਨ ਹੈ ਉਹ ਅੱਜ ਕਰਨਾ ਹੈ, ਜਿਸ ਦਾ ਸਿਰਲੇਖ ਹੈ ਇੱਕ ਪ੍ਰਸ਼ਨ ਕਵਿਤਾ। ਇਸ ਕਵਿਤਾ ਨੂੰ ਡਾਕਟਰ ਕਰਮਜੀਤ ਸਿੰਘ ਨੇ ਇੱਕ ਪ੍ਰਸ਼ਨ ਕਵਿਤਾ ਸਿਰਲੇਖ ਅਧੀਨ ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿੱਚ ਸੰਕਲਿਤ ਕੀਤਾ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੂੰ ਕੁਦਰਤ ਦੇ ਕਵੀ, ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ, ਰਹੱਸਵਾਦੀ ਕਵੀ ਅਤੇ ਪੰਜਾਬੀ ਦੇ ਵਰਡਸਵਰਥ ਤੌਰ 'ਤੇ ਜਾਣਿਆ ਜਾਂਦਾ ਹੈ। ਭਾਈ ਵੀਰ ਸਿੰਘ ਜੀ ਨੇ ਜਿੱਥੇ ਮਹਾਕਾਵਿ ਵਰਗੇ ਰਾਣਾ ਸੂਰਤ ਸਿੰਘ ਵਰਗੇ ਮਹਾਕਾਵਿ ਦੀ ਰਚਨਾ ਕੀਤੀ ਹੈ, ਉੱਥੇ ਉਹਨਾਂ ਦਾ ਹਰਮਨ ਪਿਆਰਾ ਕਾਵਿ ਰੂਪ ਰੂਬਾਈ ਹੈ। ਇਸ ਕਵਿਤਾ ਦੇ ਵਿੱਚ ਉਹਨਾਂ ਨੇ ਕੁਦਰਤ ਨਾਲ ਸੰਵਾਦ ਰਚਾਇਆ ਹੈ। ਡਾਕਟਰ ਭਾਈ ਵੀਰ ਸਿੰਘ ਕੁਦਰਤ ਵਿੱਚੋਂ ਸੰਦੇਸ਼ੇ ਵੀ ਲੈਂਦੇ ਹਨ, ਕੁਦਰਤ ਦਾ ਚਿੱਤਰਨ ਵੀ ਕਰਦੇ ਹਨ, ਕੁਦਰਤ ਦੇ ਸੁਨੇਹੇ ਵੀ ਲੈਂਦੇ ਹਨ ਅਤੇ ਕੁਦਰਤ ਨਾਲ ਸੰਵਾਦ ਵੀ ਰਚਾਉਂਦੇ ਹਨ। ਇਸ ਕਵਿਤਾ ਦੇ ਵਿੱਚ ਗੁਲਾਬ ਦੇ ਫੁੱਲ ਦੀਆਂ ਵਿਭਿੰਨ ਅਵਸਥਾਵਾਂ ਨੂੰ ਇਸਤਰੀ ਦੇ ਜੀਵਨ ਦੀਆਂ ਵਿਭਿੰਨ ਅਵਸਥਾਵਾਂ ਦੇ ਨਾਲ ਜਿਹੜਾ ਤੁਲਨਾਇਆ ਗਿਆ ਹੈ। ਗੁਲਾਬ ਜਿਹੜਾ ਕਿ ਫੁੱਲ, ਰੰਗ, ਰੂਪ, ਖੇੜਾ ਅਤੇ ਮਹਿਕਾਂ ਵੰਡਣ ਵਾਲਾ ਫੁੱਲ ਹੈ, ਉਸ ਦਾ ਪ੍ਰਤੀਕ ਲੈ ਕੇ ਇਸਤਰੀ ਦੇ ਜੀਵਨ ਦੀਆਂ ਵਿਭਿੰਨ ਅਵਸਥਾਵਾਂ ਦਾ ਬਹੁਤ ਹੀ ਸੁੰਦਰ ਚਿੱਤਰਨ ਕਰਦੇ ਹਨ। ਪਹਿਲੀ ਅਵਸਥਾ ਦੇ ਵਿੱਚ ਉਸ ਨੂੰ ਕਾਕੀ ਆਖ ਕੇ ਸੰਬੋਧਨ ਕੀਤਾ ਗਿਆ ਹੈ। ਆਹੋ ਕਾਕੀ ਇਹੋ ਸੀ ਗੁਲਾਬ, ਮੈਂ ਡਿੱਠਾ ਸੀ ਕਦੇ ਅੱਗੇ, ਜਦੋਂ ਸੀ ਇਹ ਨਿੱਕੀ ਨਿੱਕੀ ਡੋਡੀ, ਬੰਦ ਬੰਦ ਆਪੇ ਵਿੱਚ ਬੰਦ। ਹਾਂਜੀ, ਅੱਜ ਮੈਂ ਡਿੱਠਾ ਇੱਕ ਗੁਲਾਬ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਮੈਂ ਇੱਕ ਗੁਲਾਬ ਨੂੰ ਵੇਖਿਆ, ਉਸ ਗੁਲਾਬ ਨੂੰ ਵੇਖਦਿਆਂ ਹੀ ਮੈਨੂੰ ਜਿਹੜਾ ਉਹ ਕਾਕੀ ਬਾਰੇ ਯਾਦ ਆਇਆ, ਜਦੋਂ ਕਿ ਇਸਤਰੀ ਦੇ ਜੀਵਨ ਦਾ ਪਹਿਲਾ ਪੜਾਅ ਹੈ, ਜਦੋਂ ਕਿ ਇਹ ਫੁੱਲ ਇੱਕ ਡੋਡੀ ਦੇ ਰੂਪ ਵਿੱਚ ਹੈ, ਇਸ ਦਾ ਆਰੰਭਕ ਪੜਾਅ ਹੈ, ਇਸ ਦੀਆਂ ਜਿਹੜੀਆਂ ਪੱਤੀਆਂ ਬੰਦ ਹਨ, ਭਾਵ ਕਾਕੀ ਦੇ ਰੂਪ ਵਿੱਚ ਇਸਤਰੀ ਨੂੰ ਅਜੇ ਜੀਵਨ ਪ੍ਰਤੀ ਕੁਝ ਵੀ ਪਤਾ ਨਹੀਂ। ਉਹ ਆਪਣਾ ਖੇੜਾ ਉਸ ਦੇ ਕੋਲ ਹੈ, ਉਸ ਦੇ ਰੰਗ, ਉਸ ਦਾ ਰੂਪ, ਉਸ ਦੀ ਮਹਿਕ ਉਸ ਦੇ ਕੋਲ ਹੈ। ਮੈਂ ਡਿੱਠਾ ਸੀ ਇਹੋ ਹੀ ਗੁਲਾਬ ਨੀ ਬੀਬਾ। ਅਗਲੀ ਅਵਸਥਾ ਦੇ ਵਿੱਚ ਉਸ ਨੂੰ ਬੀਬਾ ਆ ਕੇ ਸੰਬੋਧਨ ਕਰਦੇ ਹਨ ਕਿ ਇਹੋ ਹੀ ਗੁਲਾਬ ਹੁਣ ਡੋਡੀ ਤੋਂ ਜਦੋਂ ਜ਼ਿਆਦਾ ਵੱਡਾ ਹੁੰਦਾ ਹੈ ਤਾਂ ਇਸਤਰੀ ਦੀ ਜਿਹੜੀ ਅਵਸਥਾ ਹੈ ਉਹ ਅਗਲੀ ਅਵਸਥਾ ਦੇ ਵਿੱਚ ਉਸ ਨੂੰ ਬੀਬਾ ਆਖ ਕੇ ਸੰਬੋਧਨ ਕਰਦੇ ਹਨ। ਤਦੋਂ ਖੁੱਲ੍ਹ ਰਹੀਆਂ ਸਨ ਡੋਡੀ ਦੇ ਬੁਰਕੇ ਦੀਆਂ ਚੀਥਾਂ ਤੇ ਤੱਕ ਰਹੀ ਸੀ ਅੰਦਰ ਬੈਠੀ ਲੁਕ ਲੁਕ ਚੀਥਾਂ ਵਿੱਚੋਂ। ਅਤੇ ਉਸ ਦੀ ਅਗਲੀ ਅਵਸਥਾ ਦੇ ਵਿੱਚ ਉਸ ਦੇ ਜਿਵੇਂ ਗੁਲਾਬ ਦੀਆਂ ਪੱਤੀਆਂ ਖੁੱਲ੍ਹਦੀਆਂ ਹਨ, ਭਾਵ ਕਿਤਨਾ ਸੁੰਦਰ ਵਰਣਨ ਹੈ ਕਿ ਜਿਵੇਂ ਗੁਲਾਬ ਡੋਡੀ ਤੋਂ ਹੌਲੀ ਹੌਲੀ ਫੁੱਲ ਬਣਦਾ ਹੈ, ਉਸ ਤਰ੍ਹਾਂ ਹੀ ਇਹ ਕਾਕੀ ਤੋਂ ਬੀਬਾ ਤੱਕ ਦਾ ਜਿਹੜਾ ਸਫ਼ਰ ਹੈ, ਉਹ ਜਿਹੜੇ ਪਰਦੇ ਦੇ ਵਿੱਚੋਂ ਹੌਲੀ ਹੌਲੀ ਇਸ ਜੀਵਨ ਦੇ ਅਗਲੇ ਪੜਾਅ ਦੇ ਵਿੱਚ ਆਉਂਦੀ ਹੈ ਅਤੇ ਅੰਦਰ ਬੈਠੀ, ਭਾਵ ਉਸ ਦੇ ਹਿਰਦੇ ਦੇ ਵਿੱਚ ਜਿਹੜੀ ਇੱਕ ਇਸਤਰੀ ਮਨ ਬੈਠਿਆ ਹੋਇਆ ਹੈ, ਉਹ ਹੌਲੀ ਹੌਲੀ ਇਸ ਦੁਨੀਆ ਨੂੰ ਤੱਕਣਾ ਆਰੰਭ ਕਰਦੀ ਹੈ। ਫੇਰ ਮੈਂ ਡਿੱਠਾ ਸੀ ਇਹ ਗੁਲਾਬ ਨੀ ਮੁਟਿਆਰੇ। ਅਗਲਾ ਸੰਬੋਧਨ ਹੈ ਮੁਟਿਆਰ ਦਾ, ਕਿ ਤੀਸਰੀ ਅਵਸਥਾ ਵਿੱਚ ਕਾਕੀ ਤੇ ਬੀਬਾ ਤੇ ਉਸ ਤੋਂ ਬਾਅਦ ਅਗਲਾ ਸੰਬੋਧਨ ਹੈ ਮੁਟਿਆਰ ਦਾ। ਦੇ ਹਨ ਘੁੰਡ ਹਟ ਗਿਆ ਸੀ ਪਰੇ, ਅੰਦਰ ਬੈਠੀ ਰਹੀ ਸੀ ਮੁਸਕਰਾ, ਭੌਰੇ ਰਹੇ ਸਨ ਤੱਕ ਮੁਸਕਰਾਹਟਾਂ ਦੂਰੋਂ ਦੂਰੋਂ ਘੁੰਮਦੇ। ਕਿਉਂਕਿ ਇਹ ਜਿਹੜੀ ਅਵਸਥਾ ਹੈ, ਇੱਥੇ ਉਸ ਦਾ ਰੰਗ ਤੇ ਰੂਪ ਜਗ ਜ਼ਾਹਰ ਹੋਣ ਲੱਗ ਜਾਂਦਾ ਹੈ, ਉਸ ਦਾ ਹੁਸਨ ਆਲੇ ਦੁਆਲੇ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੰਦਾ ਹੈ। ਜਿਸ ਤਰ੍ਹਾਂ ਖਿੜਿਆ ਹੋਇਆ ਫੁੱਲ ਭੌਰਿਆਂ ਨੂੰ ਖਿੱਚ ਪਾਉਂਦਾ ਹੈ, ਉਸ ਤਰ੍ਹਾਂ ਇਹ ਇਸਤਰੀ ਦਾ ਰੂਪ ਇਹ ਹੁਣ ਉਹਨਾਂ
ਪਰਤਾਂ ਵਿੱਚੋਂ ਨਿਕਲ ਕੇ ਪੂਰੀ ਤਰ੍ਹਾਂ ਆਪਣੇ ਜੋਬਨ ਵਿੱਚ ਆਂਦਾ ਹੈ ਤੇ ਅੰਦਰ ਬੈਠੀ ਹਿਰਦੇ ਮਨ ਵਿੱਚ ਜਿਹੜੀ ਇਸਤਰੀ ਹੈ ਉਹ ਦੂਸਰਿਆਂ ਦੇ ਜਿਨ੍ਹਾਂ ਨੂੰ ਖਿੱਚ ਪੈ ਰਹੀ ਹੈ ਉਹਨਾਂ ਦੀਆਂ ਜਿਹੜੀਆਂ ਮੁਸਕਰਾਹਟਾਂ ਤੇ ਤੱਕ ਕੇ ਅੰਦਰੋਂ ਮਨੋ ਮਨ ਮੁਸਕਰਾਉਂਦੀ ਹੈ। ਭੋਰੇ ਰਹੇ ਸਨ ਤੱਕ ਮੁਸਕਰਾਹਟਾਂ ਦੂਰੋਂ ਦੂਰੋਂ ਘੁੰਮਦੇ। ਤੇ ਇਹ ਉਸ ਦੇ ਹੁਸਨ ਨੂੰ, ਉਸ ਦੀ ਸੁੰਦਰਤਾ ਨੂੰ, ਉਸ ਦੇ ਖੇੜੇ ਨੂੰ ਦੇਖ ਕੇ ਜਿਹੜੇ ਦੂਸਰੋਂ ਭੋਰੇ ਰੂਪ ਜਿਹੜੇ ਜਵਾਨ ਹਨ ਉਹ ਪ੍ਰਭਾਵਿਤ ਹੁੰਦੇ ਹਨ। ਹੁਣ ਇਸ ਤੋਂ ਅਗਲੀ ਅਵਸਥਾ ਦੇ ਵਿੱਚ ਸੰਬੋਧਨ ਕਰਦੇ ਹਨ ਗੋਰੀਏ, ਚੌਥੀ ਅਵਸਥਾ ਦੇ ਵਿੱਚ, ਜਦੋਂ ਕਿ ਇਹ ਗੁਲਾਬ ਹੈ ਉਹ ਹੋਰ ਅਗਲਾ ਜਿਹੜਾ ਉਸ ਦੇ ਖੇੜੇ ਤੋਂ ਅਗਲਾ ਪੜਾਅ ਹੈ। ਨੀ ਗੋਰੀਏ ਖਿੜਖਿੜ ਹੱਸ ਰਿਹਾ ਸੀ ਗੁਲਾਬ, ਭੌਰੇ ਸਨ ਆਉਂਦੇ ਉੱਡਦੇ, ਪਾਉਂਦੇ ਗੁਜ਼ਾਰਾ ਤੇ ਕਰਦੇ ਨਾਚ, ਲੈਂਦੇ ਸੁਗੰਧੀਆਂ ਗਾਉਂਦੇ ਗੀਤ। ਕਿ ਇਸ ਪੂਰਨ ਤੌਰ ਤੇ ਖੇੜੇ ਦੀ ਅਵਸਥਾ ਵਿੱਚ ਜਦੋਂ ਜਿਹੜੇ ਸਾਰੇ ਪਾਸੇ ਖੇੜਾ ਹੈ, ਇਸ ਤਰ੍ਹਾਂ ਜਾਪਦਾ ਕਿ ਜਿਵੇਂ ਗੁਲਾਬ ਹੱਸ ਰਿਹਾ ਹੋਵੇ। ਉਸੇ ਤਰ੍ਹਾਂ ਇਸ ਜਿਹੜਾ ਗੋਰੀ ਦਾ ਜੀਵਨ ਹੈ ਉਹ ਵੀ ਬਹੁਤ ਹੀ ਆਕਰਸ਼ਕ ਅਤੇ ਦੂਸਰਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਅਤੇ ਉਸ ਨੂੰ ਦੇਖ ਕੇ ਤੱਕਣ ਵਾਲੇ ਉਹਦੇ ਵਿੱਚੋਂ ਗੀਤ ਉਪਜਦੇ ਹਨ। ਅਜਿਹੇ ਖੇੜੇ ਵਿੱਚੋਂ ਹੀ ਨਾਚ ਉਪਜਦਾ ਹੈ। ਇਹ ਆਲੇ ਦੁਆਲੇ ਨੂੰ ਸੁਗੰਧਿਤ ਕਰਦਾ ਰਹਿੰਦਾ ਹੈ। ਉਸ ਤੋਂ ਅਗਲੀ ਅਵਸਥਾ ਗੁਲਾਬ ਦੀ ਸਿਆਣੀਏ ਕਹਿ ਕੇ ਸੰਬੋਧਨ ਕੀਤਾ ਗਿਆ ਹੈ, ਜਦੋਂ ਕਿ ਗੁਲਾਬ ਦੀ ਜਿਹੜਾ ਖੇੜਾ ਹੈ ਪੂਰਾ ਪਰਪੱਕ ਹੋ ਜਾਂਦਾ ਹੈ, ਪੂਰੀ ਆਪਣੀ ਸਿਖਰ ਤੇ ਹੋ ਜਾਂਦਾ ਹੈ ਤੇ ਹੁਣ ਉਸ ਦਾ ਪੜਾਅ ਮੁਰਝਾਉਣ ਵੱਲ ਨੂੰ ਜਾਂਦਾ ਹੈ। ਬੁੱਲ ਸੁੱਕ ਸੁੱਕ ਸਿਰ ਨਿਹੁੜਾਏ, ਕੁਛ ਉਦਾਸੀ ਚਾਹੋ ਨਹੀਂ ਮੁਰਝਾਏ। ਕਿ ਹੁਣ ਇਸ ਦੀ ਜਿਹੜੀ ਨਾਸ਼ਮਾਨਤਾ ਵੱਲ ਨੂੰ ਪੜਾਅ ਹੈ, ਇਸ ਦੇ ਹੁਣ ਇਸ ਤਰ੍ਹਾਂ ਜਾਪਦਾ ਹੈ ਕਿ ਇਸ ਤਰ੍ਹਾਂ ਜਿਵੇਂ ਇਸ ਦੇ ਬੁੱਲ ਸੁੱਕ ਰਹੇ ਹਨ ਅਤੇ ਉਸ ਦਾ ਜਿਹੜਾ ਸਿਰ ਹੈ ਉਹ ਹੁਣ ਝੁਕਦਾ ਹੈ। ਕੁਛ ਉਸ ਦੇ ਮਨ ਵਿੱਚ ਉਦਾਸੀ ਹੈ ਅਤੇ ਉਸ ਦਾ ਮਨ ਨਹੀਂ ਕਰਦਾ ਕਿ ਉਹ ਮੁਰਝਾ ਜਾਵੇ, ਕਿਉਂਕਿ ਖੇੜਾ ਜਿਹੜਾ ਮਹਿਕ ਹੈ, ਰੰਗ ਰੂਪ ਹੈ, ਇਸ ਦੀ ਵੀ ਨਹੀਂ ਹੁੰਦਾ। 10 ਕਰਮਾਂ ਵਾਲੀਏ ਰੰਗ ਰੂਪ ਖੇੜੇ ਦੀਆਂ ਦੌਲਤਾਂ, ਰੰਗ ਲਾਲਾ ਇਸ ਨੂੰ ਟੁਰੀਆਂ ਜਾ ਰਹੀਆਂ ਹਨ ਕਿਉਂ, ਤੇ ਮਹਿਕਾਂ ਥੀ ਵੀ ਲਾਏ। ਇਹ ਜੀਵਨ ਦਾ ਇੱਕ ਪ੍ਰਸ਼ਨ ਹੈ ਜਿਹੜਾ ਕਿ ਇਸ ਕਵਿਤਾ ਦਾ ਸਿਰਲੇਖ ਹੈ, ਇੱਕ ਪ੍ਰਸ਼ਨ ਕਿ ਉਸ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਕਰਮਾਂ ਵਾਲੀਏ, ਕਿ ਜਿਹੜਾ ਕਾਕੀ ਮੁਟਿਆਰ ਬੀਬਾ ਮੁਟਿਆਰੇ ਗੋਰੀਏ ਤੇ ਸਿਆਣੀਏ ਦੇ ਪੜਾਵਾਂ ਵਿੱਚੋਂ ਨਿਕਲ ਜਾਂਦਾ ਹੈ, ਉਸ ਨੂੰ ਉਹ ਕਰਮਾਂ ਵਾਲਾ ਸਮਝਦੇ ਹਨ ਤੇ ਕਹਿੰਦੇ ਹਨ ਕਿ ਜਿਸ ਤਰ੍ਹਾਂ ਤੇਰੇ ਕੋਲ ਰੰਗ ਰੂਪ ਤੇ ਖੇੜੇ ਦੀਆਂ ਦੌਲਤਾਂ ਤੇਰੇ ਕੋਲ ਭਰਪੂਰ ਰੂਪ ਵਿੱਚ ਸਨ, ਉਹ ਹੁਣ ਇਸ ਨੂੰ ਇਹ ਰੰਗ ਲਾ ਕੇ ਭਾਵ ਇੱਥੇ ਖੁਸ਼ੀ ਵਰਤਾ ਕੇ ਹੁਣ ਕਿਉਂ ਟੁਰੀਆਂ ਜਾ ਰਹੀਆਂ ਹਨ ਅਤੇ ਹੁਣ ਆਪਣੀਆਂ ਜਿਹੜੀਆਂ ਮਹਿਕਾਂ ਨੂੰ ਕਿਉਂ ਛੱਡ ਰਹੀਆਂ ਹਨ, ਇਸ ਦੀ ਵੀ ਕਿਉਂ ਨਹੀਂ ਹਨ। ਪਰ ਇਹ ਕੁਦਰਤ ਦਾ ਵਰਤਾਰਾ ਹੈ ਕਿ ਰੰਗ ਰੂਪ ਤੇ ਖੇੜਾ ਇਹ ਥੋੜ੍ਹ ਚਿਰਾ ਹੁੰਦਾ ਹੈ। ਇਹ ਜੀਵਨ ਦੀਆਂ ਇਸ ਤਰ੍ਹਾਂ ਵਿਭਿੰਨ ਅਵਸਥਾਵਾਂ ਨੂੰ ਗੁਲਾਬ ਦੀਆਂ ਵਿਭਿੰਨ ਅਵਸਥਾਵਾਂ ਨਾਲ ਦਰਸਾ ਕੇ ਜੀਵਨ ਦੇ ਵੱਡੇ ਭੇਦ ਨੂੰ ਦਰਸਾਉਂਦੇ ਹਨ।